पर इस बार दुखांत ये होया कि असी गोरियां नूं मोड़िया, असी अबदाली नूं मोड़िया, असी बड़े बड़े इत्थे मुगल आए उन्हां नूं मोड़िया। जदों तुहानूं पता है सारे इतिहास नाल जाणू ने, जदों साडे गुरुआं ने कुर्बानियां दित्तियां ने, ओह किहदे पिछे दित्तियां ने? ओह इन्हां पिछे दित्तियां ने। अज दुख इस गल दा लग्गिया भी इन्हां ने साडी पिठ 'च चोरा मारिया। जे कोई बंदा बाहरों आके वार करदा तां असीं साਂਭ लैंदे। नेड़े ने, इत्थों दिखदे ही ने, ਆਪਾਂ ਰਹਿੰਦੇ ਵਿੱਚ ਪਹਾੜਾਂ ਦੇ ਆ। ਅਸੀਂ ਉਧਰ ਬਠਿੰਡੇ ਵਾਲੇ ਪਾਸੇ ਚਲੇ ਗਏ, ਜਲੰਧਰ ਵਾਲੇ ਬਾਈ ਕਹਿੰਦਾ ਸਾਨੂੰ ਪਹਾੜ ਦਿਖਣ ਲੱਗ ਗਏ, ਅੱਜ ਤੱਕ ਨਹੀਂ ਕਦੇ ਇਹ ਹੋਇਆ। ਸੋ ਗੱਲ ਕੁਛ ਨਹੀਂ, ਧਰਤੀ ਵੀ ਉਹੀ ਆ, ਅਸਮਾਨ ਵੀ ਉਹੀ ਆ, ਸਾਰਾ ਕੁਝ ਉਹੀ ਆ, ਬਸ ਆਪਣਾ ਥੋੜਾ ਜਿਹਾ ਰਹਿਣ ਸਹਿਣ ਦਾ ਜਿਹੜਾ ਲਿਵਿੰਗ ਲਾਈਫ ਸਟਾਈਲ ਆ ਉਹ ਚੇਂਜ ਹੋ ਗਿਆ, ਬਦਲ ਗਿਆ। ਟੈਕਨੋਲੋਜੀ ਇੱਕ ਚੰਗੀ ਗੱਲ ਹੈ, ਸਮੇਂ ਦੇ ਨਾਲ ਚੱਲਣਾ ਇੱਕ ਬਹੁਤ ਵਧੀਆ ਗੱਲ ਹੈ। ਹੁਣ ਸਾਰੀ ਉਮਰ ਅਸੀਂ ਬਲਦਾਂ ਨਾਲ ਖੇਤੀ ਨਹੀਂ ਕਰ ਸਕਦੇ, ਪਰ ਜਦੋਂ ਜੜ੍ਹਾਂ ਤੋਂ ਕਿਤੇ ਨਾ ਕਿਤੇ ਆਪਾਂ ਅੱਡ ਹੋ ਜਾਂਦੇ ਆ, ਪਿੱਛੇ ਹੋ ਜਾਂਦੇ ਆ। ਸੋ ਪਹਿਲਾਂ ਮੈਂ ਤਾਂ ਇਹ ਗੱਲ ਕਹਿਣਾ ਹੁੰਦਾ, ਹੁਣ ਤਾਂ ਚਲੋ ਮੈਨੂੰ ਖੁੱਲ੍ਹ ਕੇ ਬੋਲਣਾ ਪੈਂਦਾ, ਪਹਿਲਾਂ ਨਹੀਂ ਤਾਂ ਸਾਡਾ ਤਾਂ ਉਹ ਕੀਤਾ ਸੀ ਵੀ ਅਸੀਂ ਯਾਰ ਪੋਸਟਾਂ ਵੀ ਪਾਉਂਦੇ ਸੀ, ਬੈਠੇ ਅਸੀਂ ਐਂ ਵੀ ਕਹਿੰਦੇ ਸੀ ਨਾਲ ਆ ਨਾਲ ਆ ਨਾਲ ਆ, ਪਰ ਅੰਦਰੋਂ ਅੰਦਰੋਂ ਹੀ ਹੁੰਦਾ ਸੀ ਉਹ। ਇਹ ਮੈਂ ਕੈਮਰੇ ਤੇ ਮੰਨਦਾ ਇਹ ਕੋਈ ਉਹ ਨਹੀਂ ਸੀ, ਕਿਉਂਕਿ ਹਰੇਕ ਬੰਦੇ ਨੂੰ ਡਰ ਹੁੰਦਾ ਵੀ ਯਾਰ ਕੋਈ ਕੱਲ੍ਹ ਨੂੰ ਸੈਲੀਬ੍ਰਿਟੀ ਫੇਸ ਹੈ, ਕੋਈ ਕਦੇ ਯਾਰ ਸਾਡੇ ਤੇ ਨਾ ਕੋਈ ਗੱਲ ਆ ਜਾਵੇ, ਕੋਈ ਉਹ ਨਾ ਪੈ ਜਾਵੇ, ਉਹ ਨਾ ਪੈ ਜਾਵੇ। ਇੱਕ ਡਰ ਹੁੰਦਾ ਤੁਹਾਡੇ ਪਰਿਵਾਰ 'ਚ, ਜਦੋਂ ਤੁਸੀਂ ਜਾਣਾ ਹੁੰਦਾ ਤੁਹਾਡੇ ਮਾਂ ਪਿਓ ਨੂੰ ਫਿਕਰ ਹੁੰਦਾ। ਪਰ ਇਸ ਵਾਰੀ ਕੀ ਹੋਇਆ, ਇਸ ਵਾਰੀ ਸਾਡੀ ਜ਼ਮੀਰ ਨੇ ਨਾ ਜੀ ਇਜਾਜ਼ਤ ਨਹੀਂ ਦਿੱਤੀ ਵੀ ਜੇ ਅੱਜ ਵੀ ਉੱਥੇ ਬਹਿ ਕੇ ਪੋਸਟਾਂ ਪਾਈ ਗਏ, ਜੇ ਐਂ ਕਹੀ ਗਏ ਵਿੱਚੋਂ ਬੈਠੇ ਆਪਦੇ ਡਰਾਇੰਗ ਰੂਮ 'ਚ ਤੇ ਨਾਲ ਐ ਚੱਕ ਦੋ ਇੱਕ ਗਾਣਾ ਕਰਤਾ, ਇਹ ਸਾਡੀ ਡਿਊਟੀ ਹੈ, ਸਾਡਾ ਫਰਜ਼ ਪੂਰਾ ਹੋ ਗਿਆ, ਤਾਂ ਮੈਨੂੰ ਲੱਗਦਾ ਇਹ ਇਨਸਾਫ ਨਹੀਂ। ਕਿਉਂਕਿ ਪੰਜਾਬ ਦਾ ਦੇਣਾ 7 ਜਨਮਾਂ 'ਚ ਵੀ ਨਹੀਂ ਦੇ ਸਕਦੇ, ਚਾਹੇ ਇੱਥੇ 8 ਵਾਰੀ ਆ ਜਾਈਏ, ਚਾਹੇ ਇੱਥੇ 18 ਵਾਰੀ ਆ ਜਾਈਏ, ਕੋਈ ਵੀ ਨਹੀਂ ਦੇ ਸਕਦਾ। ਕਲਾਕਾਰ ਕੀ, ਮੈਂ ਤਾਂ ਕਹਿੰਦਾ ਉਹਦੇ ਕਰਮ ਇੰਨੇ ਚੰਗੇ ਆ ਜਿਹੜਾ ਪੰਜਾਬ ਦੀ ਧਰਤੀ ਤੇ ਜਨਮਦਾ ਹੈ, ਉਹਨੇ ਕੋਈ ਪੁੰਨ ਕੀਤੇ ਹੁੰਦੇ ਆ ਬਹੁਤ ਵੱਡੇ, ਇਹ ਉਹ ਧਰਤੀ ਹੈ। ਸੋ ਤੁਸੀਂ ਸਾਰੇ ਵੀਰ ਸਿਆਣੇ ਹੋ, ਸੂਝਵਾਨ ਹੋ। ਇਹ ਲਹਿਰਾਂ ਇੱਕ ਜਦੋਂ ਖੜੀਆਂ ਹੁੰਦੀਆਂ ਨੇ ਇਹਨਾਂ 'ਚ ਬੜਾ ਕੁਛ ਹੁੰਦਾ। ਬਗਾਵਤਾਂ ਦੀ ਧਰਤੀ ਹੈ, ਇੱਥੋਂ ਹੀ ਸ਼ੁਰੂ ਹੁੰਦਾ ਸਭ ਕੁਛ। ਪਰ ਇਸ ਵਾਰ ਦੁਖਾਂਤ ਇਹ ਹੋਇਆ ਕਿ ਅਸੀਂ ਗੋਰਿਆਂ ਨੂੰ ਮੋੜਿਆ, ਅਸੀਂ ਅਬਦਾਲੀ ਨੂੰ ਮੋੜਿਆ, ਅਸੀਂ ਬੜੇ ਬੜੇ ਇੱਥੇ ਮੁਗਲ ਆਏ ਉਹਨਾਂ ਨੂੰ ਮੋੜਿਆ। ਜਦੋਂ ਤੁਹਾਨੂੰ ਪਤਾ ਸਾਰੇ ਇਤਿਹਾਸ ਨਾਲ ਜਾਣੂ ਨੇ, ਜਦੋਂ ਸਾਡੇ ਗੁਰੂਆਂ ਨੇ ਕੁਰਬਾਨੀਆਂ ਦਿੱਤੀਆਂ ਨੇ, ਉਹ ਕਿਹਦੇ ਪਿੱਛੇ ਦਿੱਤੀਆਂ ਨੇ? ਉਹ ਇਹਨਾਂ ਪਿੱਛੇ ਦਿੱਤੀਆਂ ਨੇ। ਅੱਜ ਦੁੱਖ ਇਸ ਗੱਲ ਦਾ ਲੱਗਿਆ ਵੀ ਇਹਨਾਂ ਨੇ ਸਾਡੀ ਪਿੱਠ 'ਚ ਚੋਰਾ ਮਾਰਿਆ। ਜੇ ਕੋਈ ਬੰਦਾ ਬਾਹਰੋਂ ਆ ਕੇ ਵਾਰ ਕਰਦਾ ਤਾਂ ਅਸੀਂ ਸਾਂਭ ਲੈਂਦੇ। ਚਲੋ ਸਾਂਭ ਤਾਂ ਅਸੀਂ ਇਹਨਾਂ ਨੂੰ ਵੀ ਲਵਾਂਗੇ, ਕੋਈ ਐਡਾ ਮਸਲਾ ਨਹੀਂ ਹੈਗਾ। ਪਰ ਇੱਕ ਦੁੱਖ ਹੁੰਦਾ ਵੀ ਸਾਡੇ ਅੰਦਰ ਹੀ ਰਹਿ ਕੇ, ਸਾਡੇ ਘਰ 'ਚ ਹੀ ਰਹਿ ਕੇ ਇਹ ਸਾਡੇ ਤੇ ਵਾਰ ਕਰ ਰਹੇ ਆ। ਸਾਡੇ ਸਿਖਾਏ ਹੋਏ, ਸਾਡੇ ਹੱਕ ਲੈ ਕੇ ਦਿੱਤੇ ਹੋਏ ਅੱਜ ਸਾਨੂੰ ਹੀ ਅੱਖਾਂ ਦਿਖਾ ਰਹੇ ਆ। ਇਹ ਮੈਂ ਨਹੀਂ ਕਹਿੰਦਾ, ਇਹ ਦੁਨੀਆ ਕਹਿੰਦੀ ਹੈ ਸਾਰੀ। ਅੱਜ ਤੁਸੀਂ ਦੁਨੀਆ 'ਚ ਸਰਵੇ ਕਰ ਲਓ, ਚਾਹੇ ਉਹ ਲਬਨਾਨ ਹੋਵੇ, ਚਾਹੇ ਉਹ ਸੀਰੀਆ ਹੋਵੇ, ਜਿੱਥੇ ਬੰਬ ਪਰਮਾਣੂ ਬੰਬ ਚੱਲਦੇ ਨੇ, ਉੱਥੇ ਸਭ ਤੋਂ ਪਹਿਲਾਂ ਕੌਣ ਪਹੁੰਚਦਾ? ਸਿੰਘ ਪਹੁੰਚਦੇ ਆ, ਲੰਗਰ ਲਾਉਂਦੇ ਆ ਉੱਥੇ, ਉਹਨਾਂ ਦੀ ਸੇਵਾ ਕਰਦੇ ਆ, ਭਾਈ ਕਨ੍ਹਈਆ ਜੀ ਵਾਲਾ ਕੰਮ ਕਰਦੇ ਆ। ਇਹ ਸਾਡੇ ਖੂਨ 'ਚ ਹੈ, ਇਹ ਕਦੇ ਮਿਟ ਹੀ ਨਹੀਂ ਸਕਦਾ। 2% ਸਾਡੀ ਕੌਮ ਹੈ, ਪੂਰੀ ਦੁਨੀਆ ਤੇ ਰਾਜ ਕਰਦੀ ਹੈ। ਅਮਰੀਕਾ ਵਰਗੇ ਮੁਲਕ, ਇੰਗਲੈਂਡ ਦੀ ਰਾਣੀ ਦੁਨੀਆ ਤੇ ਹੁਕੂਮਤ ਰਹੀ ਹੈ ਉਹਦੀ। ਕੈਨੇਡਾ 'ਚ ਸਰਕਾਰ ਤੁਹਾਡੀ ਹੈ, ਤੁਹਾਡੇ ਤਾਂ ਹੁਣ ਸਾਰਿਆਂ ਦੇ ਚਾਚੇ ਤਾਏ ਭਰਾ ਚਲੇ ਗਏ। ਤੁਸੀਂ ਪੁੱਛ ਕੇ ਦੇਖਿਓ ਉਹਨਾਂ ਨੂੰ ਵੀ ਕੋਈ ਫਰਕ ਲੱਗਦਾ? ਐਂ ਲੱਗਦਾ ਜਿਵੇਂ ਮਰਿੰਡਾ ਹੁੰਦਾ। ਟੋਰਾਂਟੋ ਤਾਂ ਇਹੋ ਜਿਹਾ ਜਮੀ ਕੋਈ ਫਰਕ ਨਹੀਂ ਹੈਗਾ। ਅਸੀਂ ਚਲੋ ਜਾਂਦੇ ਆਉਂਦੇ ਰਹਿੰਦੇ ਹਾਂ। ਸੋ ਉੱਥੇ ਸਾਡੇ ਕੰਮ ਦੀ ਵੀ ਕਦਰ ਹੈ, ਉੱਥੇ ਸਾਡੀ ਇੱਜ਼ਤ ਵੀ ਵੱਧ ਹੈ। ਇੱਥੇ ਆ ਦੇਖ ਲਓ ਹੁਣ ਤੁਸੀਂ ਪਿੱਛੇ ਕੀ ਹੋਇਆ ਉੱਥੇ ਆਪਣਾ ਵੈਸਟ ਬੰਗਾਲ 'ਚ ਪ੍ਰਗਟ ਤੇ ਉਹ ਸਰਦਾਰ ਬੰਗਾਲ, ਹਾਂ ਕੀ ਕਰਦੇ ਆ? ਉਹਦੀ ਸਭ ਤੋਂ ਪਹਿਲਾਂ ਹੱਥ ਹੀ ਪੱਗ ਨੂੰ ਪਾਉਂਦੇ ਆ, ਲਾ ਕੇ ਉਹਨੂੰ ਵਾਲਾਂ ਤੋਂ ਫੜ ਕੇ, ਜਿਵੇਂ ਕੋਈ ਸਾਡੀ ਇੱਜ਼ਤ ਨਹੀਂ ਹੁੰਦੀ। ਚਲੋ ਫਿਰ ਵੀ ਚੱਲੀ ਜਾਂਦੇ ਆ, ਕੋਈ ਨਹੀਂ, ਕਦੇ ਤਾਂ ਮਹਾਰਾਜ ਇਨਸਾਫ ਕਰੂਗਾ। ਹੁਣ ਕਿਸੇ ਤੋਂ ਤਾਂ ਕੋਈ ਆਸ ਨਹੀਂ, ਹੁਣ ਤਾਂ ਰੱਬ ਤੇ ਛੱਡਿਆ ਹੋਇਆ ਸਾਰਾ ਕੁਝ। ਅੰਤ ਦਾ ਘੜਾ ਇੰਨਾ ਕੁ ਭਰ ਚੁੱਕਿਆ, ਫੁੱਟੂਗਾ ਹੀ। ਹੁਣ ਤੁਸੀਂ ਇੱਕ ਗੱਲ ਨੂੰ ਨਾ ਨੋਟ ਕਰਿਓ, ਬਰੀਕੀ 'ਚ ਜਾਇਓ ਥੋੜ੍ਹਾ ਜਿਹਾ। ਤੁਹਾਡੀ ਉਹ ਉਮਰ ਨਹੀਂ ਹੈਗੀ ਹਲੇ, ਛੋਟੇ ਵੀ ਨੇ ਵੀਰ, ਜਿਹੜੀ 14-15 ਸਾਲ ਦੀ ਜਾਂ 17 ਸਾਲ ਦੀ ਉਮਰ ਹੈ, ਉਹ ਇੱਥੇ ਸੱਚ ਹੈ ਇਹ ਵੀ ਉਹਨੂੰ ਐਂ ਆ ਵੀ ਬਾਜਵਾ ਆਇਆ ਜਾਂ ਮਹਿਤਾਬ ਆਇਆ ਜਾਂ ਪ੍ਰਗਟ ਆਇਆ ਵੀ 2-4 ਮਿੰਟ ਦੇਖਾਂਗੇ, ਜੇ ਦਾਲ ਆ ਗਿਆ ਸੈਲਫੀ ਕਰਾ ਲਾਂਗੇ, ਉਦੋਂ ਬਾਅਦ ਜਾਵਾਂਗੇ ਘਰ ਨੂੰ। ਇਹ ਲੜਾਈ ਕਿਤੇ ਨਾ ਕਿਤੇ ਹੁਣ ਉੱਧਰ ਨੂੰ ਜਾਂਦੀ ਜਾ ਰਹੀ ਹੈ।
पर मैं तुहानूं हत्थ बन के बेनती करदा कि आपां ये लड़ाई उधर नूं नहीं लैके जाणी। ਅਸੀਂ ਅੱਜ ਆਪਣੇ ਆਪ ਨੂੰ ਕਲਾਕਾਰ ਨਹੀਂ ਮੰਨ ਰਹੇ, ਅਸੀਂ ਨਹੀਂ ਅੱਜ ਕਹਿ ਰਹੇ ਕਿ ਸਾਨੂੰ ਸਾਡੀ ਕਲਾਕਾਰੀ ਪਿਆਰੀ ਹੈ। ਨਹੀਂ, ਅੱਜ ਸਾਨੂੰ ਸਾਡਾ ਪੰਜਾਬ ਪਿਆਰਾ ਹੈ, ਸਾਨੂੰ ਸਾਡਾ ਕਿੱਤਾ, ਸਾਡਾ ਪਹਿਲਾ ਕਿੱਤਾ ਉਹ ਪਿਆਰਾ ਹੈ। ਅਸੀਂ ਰੌਲਾ ਪਾਉਂਦੇ ਫਿਰ ਰਹੇ ਹਾਂ ਸੜਕਾਂ ਤੇ, ਬਾਈ ਜਾਗੋ ਜਾਗੋ, ਏਕਾ ਕਰੋ ਜਾਗੋ, ਏਕੇ ਬਿਨਾਂ ਹੱਲ ਨਹੀਂ ਹੋਣਾ ਕੋਈ। ਮੈਂ ਕੋਈ ਤੁਹਾਨੂੰ ਇੱਥੇ ਡੀਮੋਟੀਵੇਟ ਨਹੀਂ ਕਰ ਰਿਹਾ, ਤੁਹਾਡੀ ਲਹਿਰ ਹੈ ਜਿਹੜੀ ਅੱਜ ਦਿੱਲੀ ਵਾਲਿਆਂ ਦੇ ਨਹਾਸਾਂ 'ਚ ਧੂੰਆਂ ਲਿਆਂਦਾ ਹੋਇਆ ਨੇ, ਦਮ ਕੀਤਾ ਹੋਇਆ ਨੱਕ 'ਚ। ਇੰਨੀ ਆਪਣੀ ਇਹ ਲਹਿਰ ਕਾਮਯਾਬ ਹੈ। ਡਰਦੇ ਆ ਕਦੇ ਕਿਹੜੇ ਮਹਿਕਮੇ 'ਚੋਂ ਚਿੱਠੀ ਭੇਜਦੇ ਆ, ਕਦੇ ਕਿਹੜੇ 'ਚੋਂ ਭੇਜਦੇ ਆ, ਹੁਣ ਡਾਇਰੈਕਟ ਵੀ ਭੇਜਣ ਲੱਗ ਜਾਣਗੇ। ਆ ਹੀ ਗਈ ਮੈਨੂੰ ਲੱਗਦਾ। ਉਹ ਹੁਣ ਸਾਡੇ ਜਿਹੜੇ ਜਥੇਦਾਰ ਨੇ ਇਹਨਾਂ ਨੇ ਦੇਖਣਾ ਹੈ। ਅੱਛਾ, ਇੱਕ ਗੱਲ ਮੈਂ ਵਿੱਚ ਇਹ ਵੀ ਜ਼ਰੂਰ ਕਹਿ ਦੇਵਾਂ, ਜਥੇਬੰਦੀਆਂ ਨੇ ਸਾਡੀ ਲੜਾਈ ਬਹੁਤ ਲੰਬੇ ਸਮੇਂ ਤੋਂ ਲੜੀ ਹੈ, ਸਾਡੇ ਬੜੇ ਸਤਿਕਾਰਯੋਗ ਨੇ, ਉਮਰਾਂ ਲੰਘਾਈਆਂ ਨੇ ਇਸ ਲੜਾਈ 'ਚ ਉਹਨਾਂ ਨੇ। ਪਰ ਇਹ ਲੜਾਈ ਹੈ ਜਿਹੜੀ ਇਸ ਵਾਰ, ਇਹ ਹੋਰ ਕਿਵੇਂ ਦੀ ਲੜਾਈ ਹੈ। ਇੱਥੇ ਅੱਜ ਪੰਜਾਬ ਉਸ ਮੋੜ ਤੇ ਖੜਾ ਹੈ, ਜੇ ਮਾੜਾ ਮੋਟਾ ਵੀ ਇੱਧਰ ਉੱਧਰ ਹੋ ਗਿਆ ਤਾਂ ਸਾਡਾ ਜਿਹੜਾ ਤਰੱਕੀ ਹੈ ਇਸ ਸੂਬੇ ਦੀ, ਉਹ 25-30 ਸਾਲ ਪਿੱਛੇ ਚਲੇ ਜਾਓ। ਇਹ ਅਸੀਂ ਹੋਣ ਨਹੀਂ ਦੇਵਾਂਗੇ। ਇਹ ਸਾਡਾ ਇੱਕ ਜਨੂਨ ਵੀ ਹੈ, ਇੱਕ ਵਾਅਦਾ ਵੀ ਹੈ ਤੁਹਾਡੇ ਨਾਲ, ਤੇ ਤੁਹਾਡੇ ਤੋਂ ਵੀ ਅਸੀਂ ਇਹ ਵਾਅਦਾ ਲੈਣਾ ਕਿ ਚਾਹੇ ਕੁਛ ਹੋ ਜਾਵੇ, ਚਾਹੇ ਕੁਛ ਹੋ ਜਾਵੇ, ਲੜਾਈ ਕਿਵੇਂ ਦੀ ਵੀ ਹੋ ਜਾਵੇ, ਉਵੇਂ ਹੀ ਸਿਰੇ ਤੱਕ ਜਾਵਾਂਗੇ। ਕਿਉਂ? ਕਿਉਂਕਿ ਪੰਜਾਬ ਹੈ ਜਿਹੜਾ ਉਹ ਖੇਤੀਬਾੜੀ ਤੇ ਨਿਰਭਰ ਸੂਬਾ ਹੈ। ਸਾਨੂੰ ਹੋਰ ਕੋਈ ਕਿੱਤਾ ਦਿੱਤਾ ਹੀ ਨਹੀਂ ਗਿਆ। ਚਲੋ ਅਸੀਂ ਮੰਗਦੇ ਵੀ ਨਹੀਂ ਹੈਗੇ, ਵੈਸੇ ਤਾਂ ਬੜੀਆਂ ਇਹਨਾਂ ਨੇ ਜਦੋਂ ਸਰਕਾਰਾਂ ਬਣਦੀਆਂ ਨੇ ਬਹੁਤ ਗੱਲਾਂ ਕਰਦੀਆਂ ਨੇ ਜੀ, ਇੱਦਾਂ ਜੀ ਉੱਦਾਂ ਜੀ, ਕਾਲਾ ਧਨ ਆ ਜਾਊਗਾ, 15 ਲੱਖ ਆ ਜਾਊਗਾ ਇਕੱਲੇ ਇਕੱਲੇ ਦੇ ਖਾਤੇ 'ਚ, 2 ਕਰੋੜ ਨੌਕਰੀ ਮਿਲ ਜਾਊਗੀ। ਜੇ 2 ਕਰੋੜ ਨੌਕਰੀ ਇੱਕ ਸਾਲ 'ਚ ਸਾਰੇ ਮੁਲਕ ਨੂੰ ਦੇਣ ਨੂੰ ਕਿਹਾ ਸੀ ਉਹਨਾਂ ਨੇ, ਤਾਂ ਸਾਡੇ ਹਿੱਸੇ 5-6 ਲੱਖ ਤਾਂ ਬਣਦੀ ਹੋਊਗੀ। ਮੈਨੂੰ ਦੱਸ ਦਿਓ ਆਪਣੇ ਨੇੜੇ ਤੇੜੇ ਕਿਹੜਾ ਕੋਈ ਜਾਂਦਾ ਪੈਂਟ ਸ਼ਰਟ ਵਿੱਚ ਬੈਲਟ ਲਾ ਕੇ ਉੱਤੇ ਵੀ ਅੱਜ ਚੱਲਿਆ ਸਰਕਾਰੀ ਨੌਕਰੀ ਤੇ ਮੁੰਡਾ? ਨਹੀਂ ਜਾਂਦਾ। ਸਾਨੂੰ ਕਰਕੇ ਆਪਣੇ ਖੇਤਾਂ 'ਚੋਂ ਹੀ ਖਾਣਾ ਪੈਣਾ। ਸਾਡੇ ਹਿੱਸੇ ਉਹੀ ਟਰੈਕਟਰ, ਉਹੀ ਫੋੜ, ਉਹੀ ਐਂਟਰ ਰਹਿਣੇ ਨੇ। ਆਪਦਿਆਂ ਖੇਤਾਂ 'ਚ ਜਾਵਾਂਗੇ ਤਾਂ ਦਾਣੇ ਆਉਣਗੇ, ਸਰਕਲ ਚੱਲੂਗਾ। ਆਸ ਨਾ ਰੱਖਿਓ। ਜਾਂ ਸਾਡੀ ਜਿਹੜੀ ਅੱਜ ਸਭ ਤੋਂ ਵੱਡੀ ਆਸ ਹੈ ਉਹ ਕੀ ਹੈ? ਉਹ ਆਸ ਹੈਗੀ ਆ ਕੈਨੇਡਾ। ਉਹ ਸਾਨੂੰ ਆਪਣੇ ਲੱਗਦੇ ਆ। ਟਰੂਡੋ ਸਾਨੂੰ ਐਂ ਲੱਗਦਾ ਜਿਵੇਂ ਟਰੂਡੋ ਸਾਡਾ ਆਪਣਾ, ਸਾਡਾ ਕੋਈ ਉਹਦੇ ਨਾਲ ਪੁਰਾਣੇ ਜਨਮ ਦਾ ਸੰਬੰਧ ਹੈ। ਕਿਉਂ? ਇਹ ਸੱਚ ਹੈ, ਉਹਨੇ ਪੰਜਾਬ ਨੂੰ ਬਚਾਇਆ। ਜਿੰਨੇ ਵੀਰ ਪਹਿਲਾਂ ਸੀ, ਜਿੰਨੇ ਤੁਹਾਡੇ ਇੱਥੇ ਟੂਰਨਾਮੈਂਟ ਹੁੰਦੇ ਨੇ, ਖੇਡ ਮੇਲੇ ਹੁੰਦੇ ਨੇ, ਵਿਆਹ ਹੁੰਦੇ ਨੇ, ਕੋਈ ਚੰਗਾ ਕਾਰਜ ਕਰਨਾ ਹੁੰਦਾ, ਦੱਸੋ ਬਾਹਰਲੇ ਪੈਸੇ ਭੇਜਦੇ ਕਿ ਨਹੀਂ ਭੇਜਦੇ? ਦੱਸੋ ਜੀ, ਤੁਸੀਂ ਬੈਠੇ ਹੋ ਸਾਰੇ। ਆਪਣੇ ਜਵਾਕ ਅੱਜ ਉਹਨਾਂ ਮੁਲਕਾਂ 'ਚ ਗਏ, ਆਪਾਂ ਨੂੰ ਸੁੱਖ ਹੈਗਾ ਜੀ ਉਹਨਾਂ ਦਾ। 18 ਸਾਲ ਦਾ ਜਵਾਕ ਹੁੰਦਾ ਕੈਨੇਡਾ ਜਾ ਵੜਦਾ, ਤੇ ਪਿੱਛੋਂ ਮਾਂ ਪਿਓ ਕਿੰਨੇ ਸਾਲ ਦੇ ਨੇ? ਬੰਦਾ ਤੇ ਘੋੜਾ ਤਾਂ ਵੈਸੇ ਕਦੇ ਚਲੋ ਬੁੜੇ ਨਹੀਂ ਹੁੰਦੇ, ਪਰ ਫਿਰ ਵੀ ਜੇ ਸਾਡਾ ਬਾਪੂ 45 ਸਾਲ ਦਾ ਚਲਿਆ ਜਾਵੇ ਉੱਥੇ, ਤਾਂ ਉਹ 2-4 ਬੰਦਿਆਂ ਗੋਰਿਆਂ ਤੋਂ ਤਾਂ ਉੱਤੇ 'ਚ ਹੀ ਹੋ ਕੇ ਕੰਮ ਕਰਦਾ। ਗੋਰੇ ਹੈਗੇ ਨੇ ਸੋਲ, ਸਾਡੇ ਵਾਲੇ ਬੰਦੇ ਹੈਗੇ ਨੇ ਕੈੜੇ ਕੰਮ ਕਰਨ 'ਚ। ਸੋ ਜ਼ਿੰਦਗੀ ਬਦਲ ਜਾਂਦੀ ਹੈ ਉੱਥੇ। ਸਾਨੂੰ ਲਗਜ਼ਰੀ ਲਾਈਫ ਸਟਾਈਲ ਵੀ ਮਿਲਦਾ ਹੈ, ਕਰੋੜ ਦੀਆਂ ਗੱਡੀਆਂ ਵੀ ਲੈ ਲੈਂਦੇ ਹਾਂ। ਇੱਥੇ ਸਾਡੀ ਮਿਹਨਤ ਦਾ ਸਾਨੂੰ ਦਿੰਦੇ ਕੀ ਨੇ? ਹੁਣ ਚਲੋ ਸਾਡਾ ਸਰਕਲ ਚੱਲਦਾ। ਇਹ ਨਹੀਂ ਹੈਗਾ ਵੀ ਅਸੀਂ ਜੇ ਕਿਸੇ ਕੋਲ 10 ਕਿੱਲੇ ਵੀ ਨੇ ਜਾਂ ਜੇ ਕਿਸੇ ਕੋਲ 20 ਕਿੱਲੇ ਵੀ ਨੇ, ਚਲੋ ਛੋਟੇ ਜ਼ਿਮੀਂਦਾਰ ਦੀ ਤਾਂ ਮੈਂ ਗੱਲ ਨਹੀਂ ਕਰਦਾ। ਜੇ ਮੈਂ 20 ਵਾਲੇ ਦੀ ਵੀ ਗੱਲ ਕਰ ਲਵਾਂ, ਉਹ ਮੈਨੂੰ ਇੱਕ ਵਾਰੀ ਦਿਖਾ ਦੇਵੇ ਵੀ ਹਾਂ ਸਾਲ ਦਾ 50 ਲੱਖ ਰੁਪਈਆ ਕਮਾਉਂਦਾ। ਉਹ ਨਹੀਂ ਕਮਾਉਂਦਾ। ਮੈਸਾਂ ਰੱਖ ਲੈਂਦਾ ਨਾਲ 5-7, ਇੱਥੇ ਵੱਧ ਤੋਂ ਵੱਧ ਕੀ ਹੈ, ਚੰਡੀਗੜ੍ਹ ਦੁੱਧ ਲੈ ਜੂਗਾ। ਆਈ ਚਲਾਈ ਚੱਲਦੀ ਆ, ਲਿਮਟਾਂ ਹੀ ਨਵੀਆਂ ਪੁਰਾਣੀਆਂ ਹੁੰਦੀਆਂ, ਹੋਰ ਕੁਛ ਨਹੀਂ ਹੁੰਦਾ। ਹੁਣ ਜਦੋਂ ਸਾਡਾ ਕਿੱਤਾ ਅਸੀਂ ਕਰਕੇ ਖਾਂਦੇ ਹਾਂ, ਨਾ ਅਸੀਂ ਇਹਨਾਂ ਤੋਂ ਕੁਛ ਮੰਗਦੇ ਹਾਂ, ਨਾ ਅਸੀਂ ਇਹਨਾਂ ਦੇ ਮੂਹਰੇ ਹੱਥ ਅੱਡਦੇ ਹਾਂ ਵੀ ਤੁਸੀਂ ਸਾਨੂੰ ਦਿਓ। ਹੁਣ ਸਾਨੂੰ ਕਰਕੇ ਖਾਂਦਿਆਂ ਨੂੰ ਹੀ ਆ ਕੇ ਸਾਡੇ ਸਿਰ ਤੇ ਬਹਿ ਗਏ, ਹੁਣ ਕਹਿੰਦੇ ਸਾਨੂੰ ਖੇਤ ਵੀ ਦਿਓ। ਫਿਰ ਮੈਂ ਕਈ ਵਾਰੀ ਜਦੋਂ ਤੱਤਾ ਚੱਲ ਜਾਂਦਾ, ਮੈਨੂੰ ਕਹਿੰਦੇ ਯਾਰ ਤੂੰ ਯਾਰ ਐਂ, ਮੀਟਿੰਗ ਹੁੰਦੀ ਹੈ, ਮੈਨੂੰ ਕਹਿੰਦੇ ਤੂੰ ਯਾਰ ਐਂ ਕਹਿ ਦਿੰਦਾ ਵੀ ਤੁਸੀਂ ਸਾਲੇ ਲੱਗਦੇ ਹੋ ਸਾਡੇ ਖੇਤਾਂ ਦੇ। ਮੈਂ ਕਿਹਾ ਫਿਰ ਕਹੂੰਗਾ ਇਹ ਸੱਚ ਹੈ, ਮੈਂ ਕੋਈ ਝੂਠ ਥੋੜ੍ਹੀ ਬੋਲਦਾ। ਫਿਰ ਮੈਂ ਨਹੀਂ ਇਹ ਕਹਿੰਦਾ, ਮੈਂ ਕੋਈ ਅਨਾਊਂਸਰ ਤਾਂ ਹੈ ਨਹੀਂ, ਜਾਂ ਮੇਰਾ ਕੰਮ ਤਾਂ ਇਹ ਹੈ ਨਹੀਂ ਸੀ ਵੀ ਮੈਂ ਇੱਕ ਸਪੀਚਰ ਆ ਜਾਂ ਮੈਂ ਵੱਡੀਆਂ ਸਪੀਚਾਂ ਕਰਦਾ। ਮੈਂ ਤਾਂ ਬੋਲਣ ਤੋਂ ਵੀ, ਕੈਮਰੇ ਤੇ ਆਉਣ ਤੋਂ ਹੀ ਅੱਜ ਤੱਕ ਦੇ ਆ ਜਿਹੜੀਆਂ ਚੀਜ਼ਾਂ ਚੱਲਿਆ, ਇਹ ਆਰਡੀਨੈਂਸ ਆਏ ਨੇ, ਇਹ ਤੋਂ ਪਹਿਲਾਂ ਤੁਸੀਂ ਕੋਈ ਮੇਰੀ ਇੰਟਰਵਿਊ ਦਿਖਾ ਦਿਓ ਕਿਤੇ ਚੈਨਲ ਤੇ। ਮੈਨੂੰ ਤਾਂ ਕੈਮਰੇ ਤੋਂ ਇੰਨੀ ਸ਼ਰਮ ਆਉਂਦੀ ਹੈ, ਮੈਂ ਯਾਰ ਕੀ ਬੋਲੂੰਗਾ। ਪਰ ਅੱਜ ਦੁਖਾਂਤ ਬੁਲਾਉਂਦਾ ਸਾਡਾ ਜਦੋਂ ਆ ਕੇ। ਕਿਉਂਕਿ ਸਾਡੇ ਖੇਤਾਂ 'ਚ ਤਾਂ ਵੜ ਗਏ। ਇਸ ਤੋਂ ਅਗਲਾ ਹਮਲਾ ਇਹਨਾਂ ਨੇ ਸਾਡੇ ਘਰਾਂ ਤੇ ਕਰਨਾ, ਤਾਂ ਫਿਰ ਅਸੀਂ ਇਹ ਤਾਂ ਹੋਣ ਨਹੀਂ ਦੇਵਾਂਗੇ। ਕਿਉਂਕਿ ਇਤਿਹਾਸ ਯਾਦ ਰੱਖਦਾ। ਜੇ ਅਸੀਂ ਬੈਠੇ ਰਹੇ ਮੋਬਾਈਲ ਫੜ ਕੇ ਵੀ ਐਂ ਦੱਬ ਲਈ 4 ਜੇ ਬਟਨ, ਦੇਖ ਲਿਆ ਫੇਸਬੁੱਕ ਤੇ ਕਿਹੜਾ ਕਿੱਥੇ ਜਾਂਦਾ, ਫਿਰ ਨਹੀਂ ਕੁਛ ਹੋਣਾ ਹੈਗਾ। ਹਾਂ, ਇਤਿਹਾਸ ਉਹਨੂੰ ਯਾਦ ਰੱਖਦਾ ਜਿਹੜਾ ਹਾਂ ਦਾ ਨਾਰਾ ਮਾਰਦਾ, ਅੜਦਾ ਵੀ ਹਾਂ
ठीक है, जो गल आर पार की आ गई, जे तुहाडे तो खेत ही खोह लए तो फिर पिछे भी की रह जूगा। चलो सरकारां दा ये फर्ज हुंदा कि सूबिਆਂ ਨੂੰ तरक्की च लैके जाइए, देश ਨੂੰ तरक्की च लैके जाइए। हिस्सा तो असीं भी हिंदुस्तान का ये तो है नहीं, साडा सारा जिहड़ा भारत है, इत्थे ਵੱਖ-ਵੱਖ स्टेटां ने सारे रल मिल के रहिंदे ने। उन्हां दा फर्ज बनदा भी सानू तरक्की कराओ। तुसीं बिल लागू करने सी, जम करो, सानू कोई प्रॉब्लम ही नहीं हैगी। पर तुसीं बिल लागू किवें कीते ने, ये देखो। राज सभा च मैक बंद करते, उत्थे उन्हां दी माइनॉरिटी सी, हत्थ खड़े करा ले, हाँ जी लागू है जी, किसी नूं पुछिया नहीं, किसी नूं दस्सिया नहीं। पंजाब नूं ये त्रासदी है, 7-8 साल बाद पानी तो साडा वैसे ही खत्म हो जाना। अज लड़ाई है, तुसीं मेरी गल दा बुरा ना मनाओ, खेतां दी लड़ाई तो लड़ ही रहे हैं आपां, पर जे पंजाब च पानी हो ना रहा फिर की करांगे। तुसीं किते पढ़ लो इंटरनेट ते, बजुर्गां नूं भी पता, सारी दिहाड़ी तुसीं चैक कर लो भी पानी दा जिहड़ा म्यार आ वो किन्नी थल्ले जा रहा है। जे तुसीं सानूं कोई बिल देने सी तां तुसीं ऐसे बिल लागू करदे जिहदे च साडी खेती दा एक नवांकरण आउंदा, जिहदे च सानूं झोना साडी मजबूरी है, साडा शौक नहीं हैगा झोना बीजना। ठीक है, हुण जे मध्य प्रदेश च कणक होण लगी तो इहदा मतलब ये थोड़ी भी असीं बीजणों हट जांगे। पहिलां तुसीं ये देखो, तुसीं सातों खोण लगे, तुसीं सानूं दित्ता की है? जां तां ये है पहिलां तुसीं सानूं कुछ दिंदे, फिर असीं सोचदे भी ये तां बैठे बिठाए जिवें उत्तों ਬੰਬ गिर गया ਹੁੰਦਾ आ के सीधा सीधा सड़कों पर कुरबल कुरबल करते फिरते हैं, सानूं तो पता नहीं लगता। एक दुखान तो यह है कि साडे कोल आगू कोई नहीं। हुण दूजी गल ये हो गई भी महीना लंघ गया, ठीक है, इस बार मैं प्रशासन का इन्ना क धन्नवादी हाँ, क्योंकि मैं जिन्ने क अफसरां नूं मिलदा, मैं जिन्ने क वीरां नूं मिलदा, वो खुल के साडी मदद कर रहे हैं। वो साडे नाल ने, नहीं तो तुसीं करोना च देखिआ ही है, किहड़ा जिन्ने क अफसरां नूं मिलदा वो भी कहंदे ने भी हाँ यार असीं हैगे तां अफसर नूं पिछों तां कित्ता तां साडा ਉਹੀ है। सरकारी हैं, साडियां मजबूरियां ने, कोई लिमिटां हुंदियां ने, बंदिशां हुंदियां ने बंदे दियां, पर प्रॉपर तौर ते साडे नाल ने। सानूं हर एक वार कहा जांदा कि तुसीं कोई भी धरना लाउणा, तुसीं कोई भी प्रोटेस्ट करना है, ਜਿਹੜੀਆਂ गाइडलाइनां ने प्रशासन ਦੀਆਂ ਉਹਨਾਂ ਨੂੰ ਨਾ ਟੱਪਿਓ। ਕਿਉਂ ਇਹ ਤੁਹਾਨੂੰ ਇਹ ਗੱਲ ਕਹਿੰਦੇ ਨੇ? ਅਸੀਂ ਇੱਕ ਪਿੱਛੇ ਜੇ ਧਰਨਾ ਲਾਉਣਾ ਸੀ ਇੱਥੇ ਦੱਪਰ, ਉਹ ਲੱਗ ਗਿਆ ਟੋਲ ਪਲਾਜ਼ਾ ਰੋਕਣਾ ਸੀ। ਜਿੱਦਣ ਗਏ ਉੱਥੇ ਆਪਣਾ ਪੁਲਿਸ ਵਾਲੇ ਭਰਾ ਸਾਡੇ ਪਹੁੰਚ ਗਏ, ਉਹ ਕਹਿੰਦੇ ਵੀ ਅਸੀਂ ਇੱਥੇ ਧਰਨਾ ਤੁਹਾਨੂੰ ਲਾਉਣ ਨਹੀਂ ਦੇ ਸਕਦੇ, ਕਿਉਂਕਿ ਇਹਨਾਂ ਕੋਲ ਵੀ ਰਿਪੋਰਟਾਂ ਹੁੰਦੀਆਂ ਨੇ। ਆ ਹੁਣ ਪੰਜਾਬ ਦੇ ਤੁਸੀਂ ਸਾਡੇ ਮਸਲੇ ਦਾ ਹੱਲ ਕਰੋ, ਅਸੀਂ ਆਪਦੇ ਕੰਮਕਾਰ ਛੱਡ ਕੇ, ਸਾਡੀ ਫਸਲ ਸਾਡੇ ਸਿਰ ਤੇ ਆਈ ਖੜੀ ਹੈ, ਸਾਰਾ ਸਾਡਾ ਸਾਲ ਉਹਦੇ ਤੇ ਨਿਰਭਰ ਕਰਦਾ, ਤਾਂ ਅਸੀਂ ਆਪਦਾ ਕੰਮ ਕਰੀਏ ਜਾਂ ਅਸੀਂ ਧਰਨੇ ਲਾਈਏ। ਫਿਰ ਉਹ ਡਿਕਟੇਟਰਸ਼ਿਪ ਜਿਵੇਂ ਬਸ ਜੋ ਫਰਮਾਨ ਕਹਿੰਦੇ ਜਾਰੀ ਕਰਤਾ ਅਕਬਰ ਬਾਦਸ਼ਾਹ ਨੇ, ਉਦੋਂ ਬਾਅਦ ਚੋਂ ਦੇਖਦਾ ਹੀ ਨਹੀਂ ਪਿੱਛੇ ਮੁੜ ਕੇ। ਪਰ ਇਹ ਤੁਹਾਡੀ ਜਿੱਤ ਹੈ ਵੀ ਤੁਸੀਂ ਪਿੱਛੇ ਮੁੜ ਕੇ ਦੇਖਣ ਲਾ ਲਿਆ। ਪਹਿਲਾਂ ਜਿਹੜੇ ਦੇਖੋ ਪੰਜਾਬ ਦੀ ਧਰਤੀ ਹੈ ਨਾ ਜਿਹੜੀ, ਇਹ ਸੂਰਵੀਰਾਂ ਦੀ ਧਰਤੀ, ਇਹਨੂੰ ਉਵੇਂ ਨਹੀਂ ਕਿਹਾ ਜਾਂਦਾ। ਜਦੋਂ ਵੀ ਕੋਈ ਬਗਾਵਤ ਉੱਠਦੀ ਹੈ ਇੱਥੋਂ ਹੀ ਉੱਠਦੀ ਹੈ। ਦੁੱਧ ਦੇ ਵਾਲੇ ਵਾਂਗੂ ਤੁਸੀਂ ਉੱਡ ਐ ਮਾਰਦੇ ਹੋ, ਇੱਕ ਵਾਰੀ ਛਾਲਾ ਦਿਖਾ ਦਿੰਦੇ ਹੋ, ਪਰ ਦਿਖਾ ਤਾਂ ਆਪਣਾ ਇਹ ਰਿਹਾ ਮੈਂ ਵੀ ਵਿੱਚੇ ਆਉਣਾ। ਅਸੀਂ ਹਮੇਸ਼ਾ ਲੀਹ ਨੂੰ ਕੁੱਟਦੇ ਹੀ ਰਹਿ ਜਾਂਦੇ ਹਾਂ। ਸੱਪ ਲੰਘ ਜਾਂਦਾ ਅੱਗੇ, ਮਾਰੀ ਜਾਂਦੇ, ਸੋਟੀਆਂ ਨਾਲੇ ਬਹਿਸੀ ਜਾਂਦੇ ਉਹਦੇ ਤੇ। ਆਮ ਆਦਮੀ ਪਾਰਟੀ ਵਾਲੇ ਆਏ ਸੀ, ਪੰਜਾਬੀ ਤਾਂ ਉਹਨਾਂ 'ਚ ਕੋਈ ਨਹੀਂ ਸੀ, ਪਾਰਟੀ ਤਾਂ ਉਹ ਉੱਥੇ ਦਿੱਲੀ ਵਾਲਿਆਂ ਦੀ ਬਣਾਈ ਸੀ, ਤਾਂ ਜਿਤਾ ਕੇ ਆਪਾਂ 4 ਭੇਜਿਆ ਜੀ ਪੰਜਾਬ 'ਚੋਂ। ਤਾਂ ਇੱਕ ਜਨੂਨ ਸੀ ਸਾਡੇ 'ਚ। ਕਿਉਂ ਸੀ? ਕਿਉਂਕਿ ਉਹ ਬਦਲਾਅ ਦੀ ਗੱਲ ਕਰਦੇ ਸੀ ਵੀ ਅਸੀਂ ਮੁਲਕ ਨੂੰ ਬਦਲਾਂਗੇ, ਅਸੀਂ ਤੁਹਾਡੇ ਲਈ ਬਦਲਾਂਗੇ। ਅਸੀਂ ਉਹਨਾਂ ਦਾ ਸਾਥ ਦਿੱਤਾ, ਅਸੀਂ ਤਾਂ ਇੱਥੇ ਦਿੱਤਾ, ਸਾਡੇ ਬਾਹਰਲਿਆਂ ਵੀਰਾਂ ਨੇ ਮੈਂ ਕਹਿੰਦਾ ਵੀ ਕੀ ਨਹੀਂ ਕੀਤਾ, ਕਿੰਨੇ ਕਿੰਨੇ ਡਾਲਰ ਉਹਨਾਂ ਨੂੰ ਦਿੱਤੇ, ਇੱਥੇ ਆਏ ਵੀ। ਪਰ ਫਿਰ ਕੀ ਹੋਇਆ, ਮੁੜ ਕੇ ਉਹੀ ਪੰਜਾਬੀਆਂ 'ਚ ਫਿਰ ਆਪਾਂ ਉਹੀ ਆ, ਯਾਰ ਇਹ ਤਾਂ ਉਹਨਾਂ ਤੋਂ ਵੀ ਮਾੜੇ ਨੇ, ਇਹ ਤਾਂ ਉਹਨਾਂ ਤੋਂ ਵੀ ਮਾੜੇ ਨੇ। ਕੋਈ ਨਾ ਰੋਡ ਤੇ ਜਿਹੜਾ ਆਪਣਾ ਸੁਨਿਆਰਾ ਆਪਾਂ ਘੁਮਿਆਰਾ ਹੁੰਦਾ, ਉਹਦੇ ਕੋਲ ਭਾਂਡੇ ਪਏ ਹੁੰਦੇ ਨੇ ਨਾ, ਜੇ ਬੰਦੇ ਨੇ ਲੈਣਾ ਹੋਵੇ ਉਹ ਵੀ ਆਪਾਂ 10 ਰੁਪਏ ਦਾ ਘੜਾ ਉਹਨੂੰ ਟਣਕਾ ਕੇ ਦੇਖ ਲੈਂਦੇ ਆ ਵੀ ਇਹ ਖੜਕਦਾ ਟੱਲੀ ਵਾਂਗੂ ਕਿ ਨਹੀਂ। ਆਪਣੀ ਪ੍ਰੋਬਲਮ ਇਹ ਹੈ ਵੀ 4 ਇੱਥੇ ਮੈਂ ਗੱਲਾਂ ਕਰਤੀਆਂ ਕਿ ਪੰਜਾਬ ਲਈ ਐ ਜੀ, ਪੰਜਾਬ ਲਈ ਉਹ ਜੀ। ਹੁਣ ਮੈਨੂੰ ਬਾਪੂ ਜੀ ਵੀਰ ਮੈਸੇਜ ਕਰਦੇ ਆ, ਕਹਿੰਦੇ ਸਾਨੂੰ ਤੇਰੇ ਚੋਂ ਭਗਤ ਸਿੰਘ ਦਿੰਦਾ। ਮੈਨੂੰ ਹਾਸਾ ਆ ਜਾਂਦਾ ਕਈ ਵਾਰੀ ਵੀ ਕੋਈ ਸੈਂਸ ਹੀ ਨਹੀਂ ਬਣਦੀ ਯਾਰ। ਅੱਜ ਇੱਕ ਭਗਤ ਸਿੰਘ ਨਾਲ ਕੁਝ ਨਹੀਂ ਹੋਣਾ ਹੈਗਾ, ਅੱਜ ਤੁਹਾਨੂੰ ਸਾਰਿਆਂ ਨੂੰ ਭਗਤ ਸਿੰਘ ਬਣਨਾ ਪੈਣਾ। ਇਹ ਤਾਂ ਗੱਲ ਬਣਨੀ ਹੈ, ਕਿਸੇ ਨੂੰ ਨਾ ਰੁਤਬਾ ਦਿਓ। ਮੇਰੇ ਵਰਗਾ ਤਾਂ ਹੈ ਤਾਂ ਯਾਰ ਬੰਦਾ ਹੀ ਹੈ ਨਾ, ਅਕਸਰ ਸਵਾਰਥੀ ਹੈ। 4 ਵਾਰੀ ਤੁਸੀਂ ਕਹੋਗੇ, 20 ਵਾਰੀ ਕਹੋਗੇ, 50 ਵਾਰੀ ਤੁਸੀਂ ਕਹੋਗੇ। ਜੇ ਤੁਸੀਂ ਮੈਨੂੰ ਇਹ ਮੈਸੇਜ ਕਰੋ ਕਿ ਬਾਈ ਹੁਣ ਅਗਲੀ ਰੂਪ ਰੇਖਾ ਕੀ ਹੈ, ਆਪਾਂ ਰਲ ਕੇ ਹੱਲ ਕਰੀਏ, ਤੁਸੀਂ ਮੈਨੂੰ ਇਹ ਮੈਸੇਜ ਨਾ ਕਰੋ ਵੀ ਸਾਨੂੰ ਤੇਰੇ ਚੋਂ ਭਾਈ ਭਗਤ ਸਿੰਘ ਦੀਦਾ, ਤਾਂ ਇਹ ਸਾਨੂੰ ਲੜਾਈ ਜਿਤਾਉਣੀ ਹੈ। ਮੈਂ ਕੀ ਕਰ ਸਕਦਾ? ਕੁਝ ਵੀ ਨਹੀਂ ਕਰ ਸਕਦਾ। ਮੈਂ ਤਾਂ ਇੱਕ ਵਰਕਰ ਬਣ ਕੇ ਮੇਰਾ ਇਹ ਕੰਮ ਸੀ ਵੀ ਮੈਨੂੰ ਭਰਾ ਸਾਰੇ ਸੁਣਦੇ ਆ, ਤੁਸੀਂ ਦਿਲਾਂ 'ਚ ਸਤਿਕਾਰ ਦਿੱਤਾ ਹੈ, ਮੈਨੂੰ ਜਗ੍ਹਾ ਦਿੱਤੀ ਹੈ। ਮੈਂ ਤਾਂ ਇੱਕ ਜਥੇਬੰਦੀਆਂ ਦਾ ਮੈਸੇਜ ਤੁਹਾਡੇ ਤੱਕ ਡਿਲੀਵਰ ਕਰ ਰਿਹਾ ਸੀ
ਹੱਕਾਂ ਲਈ ਤਾਂ ਅਸੀਂ ਲੜ ਹੀ ਰਹੇ ਸੀ। ਜਦੋਂ ਕਿਸਾਨ ਭਵਨ ਅਸੀਂ ਗਏ ਆ, ਮੀਟਿੰਗ ਹੋਈ ਹੈ ਸਾਡੀ, ਚਲੋ ਸਾਨੂੰ ਰਾਜਨੀਤਿਕ ਤੌਰ ਤੇ ਕੋਈ ਬਾਹਲਾ ਇੰਟਰਸਟ ਵੀ ਨਹੀਂ ਹੈਗਾ ਤੇ ਪਤਾ ਵੀ ਨਹੀਂ ਵੀ ਕਿਵੇਂ ਕੀ ਚੱਲਦਾ, ਨਾ ਉਧਰ ਸਾਡੀ ਲਾਈਨ ਹੀ ਨਹੀਂ ਹੈਗੀ। ਜਦੋਂ ਗਏ ਕਹਿੰਦੇ ਜੀ 31 ਜਥੇਬੰਦੀਆਂ ਨੇ। ਪਹਿਲਾਂ ਤਾਂ ਮੈਂ ਸੁਣ ਕੇ ਹੈਰਾਨ ਹੋ ਗਿਆ ਵੀ ਇੱਕ ਦੀ ਹੋ ਸਕਦੀ ਹੈ, ਚਲੋ ਪਾਰਟੀ ਦੀ 2 ਦੀਆਂ ਹੋ ਸਕਦੀਆਂ, ਇੱਕ ਨਵੀਂ ਪਾਰਟੀ ਆ ਗਈ 3 ਹੋ ਗਈਆਂ, ਵੀ 31 ਜਥੇਬੰਦੀਆਂ, ਇੰਨੀਆਂ ਵਿਚਾਰਧਾਰਾ ਦਾ ਇੰਨਾ ਵਖਰੇਵਾਂ। ਚਲੋ ਉਹ ਕਹਿੰਦੇ ਛੱਡ ਦੋ ਗੱਲਾਂ, ਤੁਸੀਂ 31 ਚਾਹੇ 32 ਚਾਹੇ 45, ਅੱਜ ਇੱਕ ਹੋ ਗਏ ਸੀ ਖੇਤੀ ਦੇ ਮੁੱਦੇ ਤੇ। ਕਿਉਂ? ਕਿਉਂਕਿ ਪਹਿਲਾਂ ਲੜਾਈ ਲੜਦੇ ਸੀ ਖੇਤੀ ਦੀ, ਵੀ ਸਬਸਿਡੀ ਨਹੀਂ ਮਿਲਦੀ ਸਾਨੂੰ, ਫਸਲਾਂ ਦੇ ਮੁੱਲ ਨਹੀਂ ਮਿਲਦੇ ਸਾਨੂੰ, ਡੀਜ਼ਲ ਤੇ ਨਹੀਂ ਸਬਸਿਡੀ ਮਿਲਦੀ। ਅੱਜ ਲੜਾਈ ਲੜਦੇ ਆ ਖੇਤਾਂ ਦੀ। ਖੇਤੀ ਤਾਂ ਉਹਨਾਂ ਖੇਤਾਂ 'ਚ ਹੀ ਕਰਨੀ ਸੀ ਨਾ। ਹੁਣ ਤਾਂ ਇੱਥੇ ਸਿੱਧੇ ਤੌਰ ਤੇ ਉਹਨਾਂ ਨੇ ਫਰਮਾਨ ਜਾਰੀ ਕਰਤਾ ਵੀ ਅਬਾਨੀ ਉਹ ਨਹੀਂ ਆਉਣਗੇ, ਇੱਥੇ ਬੋਰਡ ਲਾਉਣਗੇ ਵੱਡੇ ਵੱਡੇ, ਜਿੰਨੇ ਆਹ ਸਾਡੇ ਪਿੰਡ ਨੇ ਉਹਨੇ ਉਹਨਾਂ ਨੇ ਇੱਥੇ 5-5 ਹਜ਼ਾਰ ਏਕੜ ਕਰਕੇ ਇੱਕ ਵਾਰ ਐਸੇ ਟਰੈਕਟਰ ਲੈ ਕੇ ਆਉਣਗੇ। ਮੈਂ ਹਰੇਕ ਗੱਲ 'ਚ ਕਹਿਣਾ ਹੁੰਦਾ ਵੀ ਸ਼ਾਮ ਨੂੰ ਵਾਹ ਕੇ 3 ਟਰੈਕਟਰ 5000 ਕਿੱਲਾ ਲਾ ਦਿਆ ਕਰਨਗੇ ਸ਼ੈੱਡ ਥੱਲੇ। ਸੋ ਤਾਂ ਕਰਕੇ ਸੀਰੀਅਸ ਹੋਣ ਦੀ ਲੋੜ ਆ। ਬਸ ਇਸ ਗੱਲ ਨੂੰ ਸੀਰੀਅਸ ਵੀ ਅੱਜ ਸਾਰਾ ਪੰਜਾਬ ਸੜਕਾਂ ਤੇ ਆ। ਮੈਂ ਤੁਹਾਨੂੰ ਵੀ ਇਸ ਗੱਲ ਦੀ ਸ਼ਲਾਘਾ ਕਰਦਾ ਵੀ ਤੁਸੀਂ ਆਏ ਹੋ, ਬਹੁਤ ਚਿਰ ਬਾਅਦ ਹੋਇਆ, ਇਤਿਹਾਸ ਨਾਲ ਜਾਣੂ ਹੋ, ਜੋ ਤੁਸੀਂ ਪੜ੍ਹਦੇ ਹੋ ਅਸੀਂ ਵੀ ਪੜ੍ਹਦੇ ਹਾਂ, ਲਹਿਰਾਂ ਦਾ ਰੂਪ ਰੇਖਾ ਦੇਖੀ ਆ ਵੀ ਲਹਿਰਾਂ ਕਿਵੇਂ ਚੱਲਦੀਆਂ ਨੇ ਤੇ ਕਿਵੇਂ ਢਹਿੰਦੀਆਂ ਨੇ। ਲਹਿਰ ਨੂੰ ਚੜਾਉਣਾ ਕੋਈ ਔਖੀ ਗੱਲ ਨਹੀਂ, ਚੜ ਜਾਂਦੀ ਹੈ, ਪਰ ਲਹਿਰ ਨੂੰ ਟਿਕਾਉਣਾ ਔਖੀ ਗੱਲ ਹੈ, ਉਹਨੂੰ ਕਿਵੇਂ ਤੁਸੀਂ ਸਥਿਰ ਰੱਖਣਾ। ਸੋ ਹੁਣ ਤੁਹਾਨੂੰ ਲਾਮਬੰਦੀ ਕਰਨ ਦਾ ਟਾਈਮ ਆ ਗਿਆ। ਆਪਾਂ ਵੀ ਰਲ ਕੇ ਇੱਕ ਦੂਜੇ ਨਾਲ ਏਕਾ ਬਣਾਈਏ। ਮੈਂ ਬਹੁਤ ਚੰਗੀ ਗੱਲ ਲੱਗੀ ਮੈਨੂੰ, ਮੈਂ ਪਰਸੋਂ ਚੌਥੇ ਸੁਨਾਮ ਗਿਆ ਸੀ, ਉਹ ਏਰੀਏ ਦੇ ਬੰਦਿਆਂ ਨੇ, ਮੁੰਡਿਆਂ ਨੇ ਕੀ ਕੀਤਾ, ਉਹਨਾਂ ਨੇ ਆਪ ਦੇ ਪੱਧਰ ਤੇ 100-100 ਬੰਦਾ ਗਰੁੱਪ 'ਚ ਬਣਾ ਲਿਆ ਵੀ ਬਜ਼ੁਰਗ ਤਾਂ ਜੋ ਕਰਦੇ ਕਰਦੀ ਆ, ਠੀਕ ਹੈ, ਇਹਨਾਂ ਨੇ ਤਾਂ ਲੜਾਈ ਲੜਨੀ। ਅੱਜ ਦੇਖੋ ਸਦੀਆਂ ਤੋਂ ਰੀਤ ਚੱਲੀ ਆਉਂਦੀ ਆ, ਜ਼ਮੀਨਾਂ ਨੇ ਜਿਹੜੀਆਂ ਅਗਲੀਆਂ ਸਾਡੀਆਂ ਹੀ ਨੇ, ਬਾਪੂ ਉਹਨਾਂ ਦੀਆਂ ਤਾਂ ਹੁਣ ਹੈ ਨਹੀਂ, ਇਹਨਾਂ ਦੇ ਬਾਪੂ ਉਹਨਾਂ ਨੇ ਇਹਨਾਂ ਨੂੰ ਦਿੱਤੀਆਂ, ਇਹਨਾਂ ਨੇ ਸਾਨੂੰ ਦੇ ਕੇ ਜਾਣੀਆਂ ਨੇ ਗਾ। ਸੋ ਲੜਾਈ ਜਿਹੜੀ ਮੂਹਰੇ ਹੋ ਕੇ ਸਾਨੂੰ ਲੜਨੀ ਪੈਣੀ ਆ। ਆਪਾਂ ਜਦੋਂ ਹਰ ਇੱਕ ਚੀਜ਼ ਲਈ ਜਦੋਂ ਆਪਾਂ ਤਿਆਰ ਰਹਿੰਦੇ ਆ ਇੰਟਰਨੈਟ ਤੇ, ਜਦੋਂ ਆਪਾਂ ਇੰਨਾ ਜ਼ੋਰ ਮਾਰ ਲੈਂਦੇ ਆ ਵੀ ਸਾਨੂੰ ਚੈਨਲ ਵੀ YouTube ਤੇ ਬਣਾਉਣਾ ਪੈਂਦਾ ਸਿਰਫ ਇੱਕ ਕਮੈਂਟ ਕਰਨ ਲਈ, ਜਾਂ ਸਾਨੂੰ ID ਵੀ ਬਣਾਉਣੀ ਪੈਂਦੀ ਆ ਕਮੈਂਟ ਕਰਨ ਲਈ, ਤਾਂ ਫਿਰ ਇਹ ਤਾਂ ਆਪਣੀ ਗੱਲ ਆ, ਇਹ ਤਾਂ ਆਪਣੇ ਹੱਕ ਦੀ ਗੱਲ ਆ। ਇੱਥੇ ਤਾਂ ਤੁਹਾਨੂੰ ਆਪ ਹੀ ਵਿਉਂਤਬੰਦੀ ਬਣਾਉਣੀ ਪੈਣੀ ਹੈ ਨਾ। ਸਾਡਾ ਜੋ ਫਰਜ਼ ਬਣਦਾ ਅਸੀਂ ਤੁਹਾਡੇ ਨਾਲ ਆ, ਜਿੱਥੇ ਬੁਲਾਉਂਗੇ ਜਿਵੇਂ ਬੁਲਾਉਂਗੇ। ਪਹਿਲੇ ਦਿਨ ਤੋਂ ਹੀ ਇਹ ਗੱਲ ਕਹਿਣਾ ਹੋਣਾ, ਬੜਿਆਂ ਨੇ ਕਿਹਾ ਜੀ ਇਹ ਤਾਂ ਜੀ ਫਲਾਣੀ ਪਾਰਟੀ ਦਾ ਬੰਦਾ ਹੈ, ਇਹ ਤਾਂ ਧਮਕਾਣੀ। ਇਹਦਾ ਤਾਂ ਜਵਾਬ ਵਕਤ ਹੀ ਦਊਗਾ। ਇਹਦਾ ਤਾਂ ਚਲੋ ਮੈਂ ਇੱਥੇ ਜਵਾਬ ਨਹੀਂ ਦਊਂਗਾ ਵੀ ਮੈਂ ਕਿਹੜੀ ਪਾਰਟੀ ਦਾ ਬੰਦਾ ਜਾਂ ਮੈਂ ਕੀ ਆ, ਇਹਦਾ ਜਵਾਬ ਦਊਗਾ ਵਕਤ। ਪਰ ਅੱਜ ਮੈਂ ਇਹ ਵੀ ਨਹੀਂ ਕਹਿਣਾ ਆ ਤੁਹਾਨੂੰ ਵੀ ਆਪਾਂ ਕੋਈ ਆਪਣੀ ਲਹਿਰ ਕਿਸੇ ਮੁਕਾਮ ਤੇ ਪਹੁੰਚੀ ਨਹੀਂ। ਲਹਿਰ ਬਹੁਤ ਵਧੀਆ ਚੱਲ ਰਹੀ ਹੈ, ਪਰ ਹੁਣ ਕੀ ਹੋਣ ਲੱਗ ਗਿਆ, ਜੋ ਅੱਜ ਤੋਂ ਮਹੀਨਾ ਪਹਿਲਾਂ ਹੋ ਸਕਦਾ ਚਲੋ ਆਪਣੀ ਫਸਲ ਵੀ ਆਈ ਹੈ, ਥੋੜਾ ਜਿਹਾ ਨਾ ਨੌਜਵਾਨ ਵੀਰਾਂ ਨੂੰ ਇਹ ਲੱਗਣ ਲੱਗ ਗਿਆ ਵੀ ਹੁਣ ਦੇਖਦੇ ਆ ਕੀ ਬਣੂਗਾ। ਸੋ ਬਣੂਗਾ ਤਾਂ ਹੀ ਜੇ ਤੁਸੀਂ ਲਾਮਬੰਦੀ ਕਰੋਗੇ, ਤੁਸੀਂ ਏਕਾ ਕਰੋਗੇ। ਇੱਕ ਜਿਹੜਾ ਸ਼ੁਰੂ ਤੋਂ ਪੰਜਾਬ ਦਾ ਦੁਖਾਂਤ ਰਿਹਾ ਨਾ, ਸਾਨੂੰ ਸਾਡੇ ਆਗੂ ਹੀ ਮਾਰ ਗਏ। ਉਹ ਤਾਂ ਮਾਰ ਗਏ, ਪਹਿਲਾ ਕਸੂਰ ਆ ਤੁਸੀਂ ਸਾਰੇ ਵਿੱਚ ਬੈਠੇ ਹੋ, ਕੋਈ ਉਵੇਂ ਦੀ ਗੱਲ ਨਹੀਂ ਹੈਗੀ। ਜਿਹੜਾ ਪਹਿਲਾ ਕਸੂਰ ਆ ਉਹ ਆਪਣਾ ਹੈ, ਲੀਡਰਾਂ ਦਾ ਦੂਜਾ ਕਸੂਰ ਆ। ਸਾਡੀ ਸੋਚ ਬਸ ਉੱਥੇ ਤੱਕ ਹੀ ਸੀਮਤ ਹੋ ਕੇ ਰਹਿ ਗਈ ਵੀ MLA ਸਾਡੇ ਵਿਆਹ 'ਚ ਆਊਗਾ, MLA ਸਾਡੇ ਭੋਗ 'ਚ ਆਊਗਾ, ਗਲੀਆਂ ਨਾਲੀਆਂ। ਉਦੋਂ ਅੱਗੇ ਤਾਂ ਸਾਨੂੰ ਸ਼ਰਮ ਦੀ ਗੱਲ ਤਾਂ ਇਹ ਆ ਵੀ ਨੌਜਵਾਨੀ ਇੰਨੀ ਪੜ੍ਹੀ ਲਿਖੀ, ਉਹਨੂੰ ਪਤਾ ਹੀ ਨਹੀਂ ਵੀ MLA ਕੋਲੇ ਕਿਹੜੇ ਅਧਿਕਾਰ ਨੇ, ਕਿਹੜੇ ਹੱਕ ਨੇ, ਕਿਹੜੀ ਪਾਵਰ ਆ ਤੇ ਕਿਹੜੇ ਅਸੀਂ ਉਹਨੂੰ ਸਵਾਲ ਕਰਨੇ ਆ। MP ਕੋਲੇ ਕਿੰਨਾ ਪੈਸਾ ਆਉਂਦਾ ਕਿਸੇ ਨੂੰ ਨਹੀਂ ਪਤਾ। ਨੌਲੇਜ ਤਾਂ ਤੁਹਾਨੂੰ ਇਹਨਾਂ ਚੀਜ਼ਾਂ ਦੀ ਰੱਖਣੀ ਪੈਣੀ ਸੀ। ਜੇ ਅੱਜ ਤੋਂ 10 ਸਾਲ ਪਹਿਲਾਂ ਤੁਸੀਂ ਇਹ ਧਰਨੇ ਲਾਉਂਦੇ ਵੀ ਪੰਜਾਬ ਦੀ ਜ਼ਮੀਨ ਕੋਈ ਬਾਹਰਲਾ ਬੰਦਾ ਆ ਕੇ ਲੈ ਹੀ ਨਹੀਂ ਸਕਦਾ, ਤਾਂ ਅੱਜ ਇਹ ਦਿਨ ਹੀ ਨਾ ਆਉਂਦੇ। ਹੁਣ ਡੁੱਬੀ ਤਾਂ ਜੇ ਸਾਹ ਨਾ ਆਇਆ, ਪ੍ਰੋਬਲਮ ਤਾਂ ਅੱਜ ਤਾਂ ਆ ਕੇ ਇੱਥੇ ਖੜੀ ਹੋ ਗਈ। ਪਰ ਗੱਲ ਇਹ ਹੈ ਵੀ ਪੰਜਾਬੀ ਹਮੇਸ਼ਾ ਜਿਵੇਂ ਕਹਿੰਦਾ ਨੱਕੇ ਤੇ ਚਲੇ ਜਾਂਦੇ ਆ ਵੀ ਹੁਣ ਦੂਰੋਂ ਵੀ ਬੈਠੇ ਲੋਕ ਦੇਖਦੇ ਨੇ ਵੀ ਹੁਣ ਪੰਜਾਬ ਵਾਲੇ ਕੀ ਕਰਨਗੇ, ਫਿਰ ਉੱਤੋਂ ਯੂ ਟਰਨ ਮਾਰਦੇ ਨੇ ਤੇ ਫਿਰ ਦੁਨੀਆ ਯਾਦ ਰੱਖਦੀ ਹੈ ਜਦੋਂ ਪਲਟਾ ਮਾਰਦੇ ਨੇ। ਇਹ ਕੌਮ ਕਦੇ ਖਤਮ ਨਹੀਂ ਹੋ ਸਕਦੀ, ਇਹਨੇ ਦੁਨੀਆ ਤੇ ਰਾਜ ਕਰਨਾ, ਇਹ ਸੱਚ ਹੈ। ਅੱਜ ਕਰ ਲਵੇ ਕੱਲ ਨੂੰ ਕਰ ਲਵੇ, ਮਰ ਜਾਣਗੇ, ਮਰਨਾ ਮਨਜ਼ੂਰ ਹੈ, ਪਰ ਹਾਰਨਗੇ ਨਹੀਂ। ਲੜਨਗੇ ਜਦ ਤੱਕ ਲੜਿਆ ਜਾਂਦਾ, ਤੇ ਅਸੀਂ ਲੜਾਂਗੇ। ਸਾਡਿਆਂ ਖੇਤਾਂ ਦੀ ਲੜਾਈ ਆ, ਸਾਡਿਆਂ ਹੱਕਾਂ ਦੀ ਲੜਾਈ ਹੈ। ਬਿੱਲ ਕੈਸੇ ਬਣਾਏ ਨੇ ਤੁਹਾਨੂੰ ਅਸੀਂ ਉਹ ਬਣਾਉਣ ਲੱਗੇ ਹਾਂ, ਕਾਪੀਆਂ। ਜੇ ਕੋਈ ਲੰਗਰ ਵੀ ਲਾਉਨੇ ਆ ਆਪਾਂ, ਛਬੀਲਾਂ ਵੀ ਲਾਉਨੇ ਆ, ਜੇ ਅੱਜ ਲੋੜ ਹੈ ਤਾਂ ਅੱਜ ਲੰਗਰਾਂ ਦੀ ਜਾਂ ਛਬੀਲਾਂ ਦੀ ਲੋੜ ਨਹੀਂ ਹੈਗੀ ਸਾਨੂੰ। ਅੱਜ ਆ ਕਾਪੀਆਂ ਬਣਾ ਕੇ ਵੰਡੋ। ਐਸਾ ਦੇਖੋ, ਦਿੱਲੀ ਹਮੇਸ਼ਾ ਸਾਨੂੰ ਦਿਮਾਗ ਨਾਲ ਮਾਰਦੀ ਆ। ਐਸਾ ਔਖੇ ਔਖੇ ਨਾਂ ਰੱਖੇ ਨੇ, ਮੈਨੂੰ ਅੰਗਰੇਜ਼ੀ 'ਚ ਨਹੀਂ ਨਾਂ ਲੈਣਾ ਆਉਂਦਾ, ਪੰਜਾਬੀ 'ਚ ਵੀ ਨਹੀਂ ਲੈਣਾ ਆਉਂਦਾ ਵੀ ਬਿੱਲ ਦਾ ਨਾਂ ਕੀ ਹੈ। ਐਸੇ ਸ਼ਬਦ ਨੇ, ਇੱਕ ਮੇਰਾ ਦੋਸਤ ਹੈ ਵਕੀਲ, ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਇਹ ਹੈ ਕੀ ਨੇ? ਉਹ ਕਹਿੰਦਾ ਯਾਰ ਇਹ
ਸਾਡੇ ਵੀ ਸਮਝ 'ਚ ਨਹੀਂ ਆਉਂਦੇ ਵੀ ਕੀ ਲਿਖਿਆ ਹੋਇਆ, ਇੰਨੀਆਂ ਘੁੰਡੀਆਂ ਨੇ। ਸਾਈਨ ਕਰਾਉਣਗੇ ਤੇ ਇਸ ਤਾਂ ਆਪ ਹੀ ਅੜੇ ਪਏ ਉਹਦੇ ਵਿੱਚ, ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਇਹ ਲਿਖਿਆ ਕੀ ਹੋਇਆ ਤੇ ਕਹਿੰਦੇ ਕੀ ਨੇ, ਚਾਹੁੰਦੇ ਕੀ ਨੇ। ਸੋ ਤੁਸੀਂ ਇੱਕ ਕੰਮ ਕਰਨਾ, ਤੁਸੀਂ ਸਰਲ ਭਾਸ਼ਾ 'ਚ ਬਿਲਕੁਲ ਉਸ ਬਿੱਲ ਨੂੰ, ਆ ਵੀਰਾਂ ਨੇ ਕਾਪੀਆਂ ਬਣਾਈਆਂ ਨੇ, ਇਹਨਾਂ ਤੋਂ ਲੈ ਜਿਓ ਜਿੰਨੀ ਵੀ ਹੋ ਸਕਦੀ ਆ, 500 ਕਾਪੀ, 700 ਕਾਪੀ, 1000 ਕਾਪੀ, ਜਿੰਨੀ ਤੁਹਾਡੀ ਸ਼ਰਧਾ ਹੈ। ਅਸੀਂ ਵੀ ਬਣਾਈਆਂ ਨੇ, 1 ਲੱਖ ਕਾਪੀ ਆ ਜਾਣੀ ਹੈ, ਕੱਲ ਤੋਂ ਸ਼ੁਰੂ ਕਰ ਦਿਆਂਗੇ ਦੇਣੀ। ਸਾਰੇ ਪੰਜਾਬ 'ਚ ਜਿੱਥੇ ਜਾਂਦੇ ਆ, ਸਾਡੀ ਜਿੰਨਾ ਕੁ ਸਾਡੇ ਤੋਂ ਹੋ ਸਕਦਾ ਓਨਾ ਕਰਾਂਗੇ। ਕਿਉਂਕਿ ਜਦੋਂ ਸਾਡੇ ਉਹ ਪੂਰੀ ਪੜ੍ਹ ਕੇ ਉਹਨੂੰ ਸਿੱਟਿਓ ਨਾ, ਉਹਨੂੰ ਦੂਜੇ ਬੰਦੇ ਨੂੰ ਦੇ ਦਿਓ। ਜਦੋਂ ਗੱਲ ਦਿਮਾਗ 'ਚ ਘਰ ਕਰ ਗਈ, ਹਲੇ ਵੀ ਕਈ ਵੀਰਾਂ ਨੂੰ ਮੈਂ ਕੱਲ ਵੀ ਉੱਥੇ ਇੱਕ ਪੁੱਛਿਆ ਸੀਗਾ ਵੀ ਪਤਾ ਹੈ, ਉਹ ਕਹਿੰਦਾ ਨਹੀਂ ਪਤਾ, ਪਰ ਇੰਨਾ ਪਤਾ ਵੀ ਹਾਂ ਸਾਡੇ ਤੋਂ ਸਾਡੇ ਖੇਤ ਖੋ ਰਹੇ ਨੇ, ਇੰਨਾ ਬਹੁਤ ਹੈ। ਕਿਉਂ ਲੜਾਈ ਖੇਤਾਂ ਦੀ ਹੈ ਇਹ। ਇਸ ਦਰਮਿਆਨ ਕੀ ਹੋਇਆ, ਜਦੋਂ ਆ ਖੇਤਾਂ ਵਾਲੀ ਆਰਡੀਨੈਂਸ ਬਿੱਲਾਂ ਦੇ ਖਿਲਾਫ ਜਿਹੜੀ ਲਹਿਰ ਉੱਠੀ ਹੈ, ਤੁਸੀਂ ਸਾਰੇ ਇਸ ਲਹਿਰ ਨਾਲ ਜੁੜੇ ਹੋ। ਪੰਜਾਬ ਦੇ ਹੋਰ ਵੀ ਬੜੇ ਮੁੱਦੇ ਬਾਹਰ ਨਿਕਲ ਕੇ ਆਏ, ਸਾਨੂੰ ਪਤਾ ਲੱਗਿਆ ਵੀ ਯਾਰ ਐਂ ਵੀ ਹੁੰਦਾ ਪੰਜਾਬ 'ਚ, ਇਹ ਵੀ ਸਾਡੇ ਹੱਕ ਸੀ, ਇਹਨਾਂ ਖਿਲਾਫ ਤਾਂ ਕਦੇ ਬੋਲੇ ਹੀ ਨਹੀਂ। ਪਰ ਸਟੈਪ ਬਾਈ ਸਟੈਪ ਉਹ ਖਿਚੜੀ ਨਹੀਂ ਬਣਾਉਣੀ ਆਪਾਂ ਨੇ ਵੀ ਹਾਂ ਸਾਰੇ ਇਕੱਠੇ ਹੀ ਹੁਣ ਜੇ ਅੱਜ ਇੱਕ ਮੁੱਦੇ ਤੇ ਖੜੇ ਹੋ ਗਏ ਤਾਂ ਹੁਣ ਸਾਰੀ ਲੈ ਕੇ ਮੁੜਾਂਗੇ। ਜੇ ਤੁਸੀਂ ਅੱਜ ਜਾਗ ਗਏ, ਐਡੀ ਉਹ ਬਹੁਤ ਵੱਡੀ ਗੱਲ ਹੈ, ਐਡੀ ਉਹ ਤੁਹਾਡੀ ਜਿੱਤ ਹੈ। ਵਾਰੀ ਆਪਾਂ ਸਟੈਪ ਬਾਈ ਸਟੈਪ ਆਪਣੇ ਹੁਣ ਹੱਕ ਮੰਗਾਂਗੇ, ਪਰ ਪਹਿਲਾ ਜਿਹੜਾ ਤੁਸੀਂ ਫੋਕਸ ਰੱਖਣਾ ਉਹ ਬਿੱਲਾਂ ਤੇ ਹੀ ਰੱਖਣਾ। ਜਥੇਬੰਦੀਆਂ ਨੇ ਜਾਣਾ, ਮੈਂ ਗੱਲ ਉਹ ਪਿਛਲੇ ਪਾਸਿਓਂ ਕਿਸੇ ਹੋਰ ਪਾਸੇ ਚਲੀ ਗਈ। ਸਾਡੇ ਬੜੇ ਸਤਿਕਾਰਯੋਗ ਨੇ, ਅਸੀਂ ਸਮਰਥਨ ਦਿੱਤਾ ਹੈ ਜਥੇਬੰਦੀਆਂ ਨੂੰ ਆਪ ਦੇ ਤੌਰ ਤੇ ਵੀ ਜੋ ਫਰਜ਼ ਸਾਡਾ, ਜੋ ਡਿਊਟੀ ਅਸੀਂ ਨਿਭਾਉਂਦੇ ਆ। ਰੋਜ਼ ਨੌਜਵਾਨਾਂ 'ਚ ਜਾਂਦੇ ਆ, ਅਵੇਅਰ ਕਰਦੇ ਆ, ਉਹਨਾਂ ਨੂੰ ਦੱਸਦੇ ਆ। ਪਰ ਉਹੀ ਗੱਲ ਆ, ਭਾਂਡੇ ਵਾਲੀ ਵੀ ਟਣਕਾ ਕੇ ਭੇਜਣਾ ਐਤਕੀ। ਤੁਸੀਂ ਸਾਰੇ ਜਥੇਬੰਦੀ ਦੇ ਪ੍ਰਧਾਨ ਹੋ, ਇੱਥੇ ਜਿਹੜੀ ਮਰਜ਼ੀ ਜਥੇਬੰਦੀ ਹੋਵੇ, ਐ ਨਹੀਂ ਹੈਗਾ ਵੀ ਪ੍ਰਧਾਨ ਇੱਕ ਹੀ ਹੈ। ਪ੍ਰਧਾਨਗੀ ਵਾਲਾ ਤਾਂ ਹੁਣ ਸਿਸਟਮ ਹੀ ਚੱਕਰੀ ਖਤਮ ਹੋ ਗਿਆ। ਹੁਣ ਤੁਸੀਂ ਸਾਰੇ ਪ੍ਰਧਾਨ ਹੋ, ਜਦੋਂ ਕੋਈ ਪ੍ਰਧਾਨ ਮਿਲੇ ਤਾਂ ਉਹਨੂੰ ਕਹਿ ਦੇਣਾ, ਪ੍ਰਧਾਨ ਜੀ ਜੇ ਜਾਣਾ ਹੈ ਤਾਂ ਸਾਨੂੰ ਦੱਸੋ ਉੱਥੇ ਗੱਲ ਕੀ ਕਰਨੀ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਨਾ ਵੀ ਅੱਗੇ ਦਿੱਲੀ ਬੁਲਾਏ ਨੇ, ਉੱਥੇ ਗੱਲਬਾਤ ਕੀ ਹੋਈ। ਅੱਜ ਤੱਕ ਇਹੀ ਇਲਜ਼ਾਮ ਲਾਇਆ ਜਾਂਦਾ ਨਾ ਵੀ ਜਦੋਂ ਮੀਟਿੰਗ ਹੋ ਜਾਂਦੀ ਉਸ ਤੋਂ ਬਾਅਦ ਧਰਨਾ ਬੇਕਾਊ ਹੋ ਜਾਂਦਾ, ਵਿਕ ਜਾਂਦਾ, ਬਸ ਉਸ ਤੋਂ ਬਾਅਦ। ਇਸ ਵਾਰ ਨਹੀਂ ਏਦਾਂ ਹੋਣ ਦੇਣਾ ਆਪਾਂ ਨੇ। ਇਸ ਵਾਰ ਉਹਨਾਂ ਨੂੰ ਪੁੱਛਣਾ ਹੈ ਵੀ ਅੱਗੇ ਤੁਸੀਂ ਕਹਿਣਾ ਕੀ ਹੈ, ਕਿਉਂ ਤੁਹਾਡੇ ਤੋਂ ਤੁਹਾਡੀਆਂ ਮੰਗਾਂ। ਦੇਖੋ ਅੱਜ ਇੱਕ ਸਵਾਲ ਖੜਾ ਹੁੰਦਾ ਵੀ ਸਪੋਜ਼ ਕਰੋ ਵੀ ਉੱਥੇ ਉਹ ਬੁਲਾ ਲੈਣ ਸਾਨੂੰ ਵੀ ਦੱਸੋ ਭਾਈ ਕੀ ਕਹਿੰਦੇ ਹੋ। ਸ਼ਾਇਦ ਤੁਹਾਨੂੰ ਮੇਰੀ ਗੱਲ ਨੇ ਥੋੜੀ ਜਿਹੀ ਕੌੜੀ ਲੱਗੇ, ਅਸੀਂ ਫਿਰ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਤੁਹਾਡੀਆਂ ਕਿਹੜੀਆਂ ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।